this is me Neha Rajput and you're watching T3 Tape the Talk. Well, ਅੱਜ ਸਾਡੇ ਨਾਲ ਹੋਣਗੇ PTC ਪੰਜਾਬੀ ਮਿਸਟਰ ਪੰਜਾਬ 2016 ਦੇ ਸੈਕਿੰਡ ਰਨਰ ਅਪ ਮਿਸਟਰ ਅਰਸ਼ ਸੰਧੂ ਤੇ ਅੱਜ ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਜਾਣਾਂਗੇ ਉਹਨਾਂ ਦਾ ਮਿਸਟਰ ਪੰਜਾਬ ਦਾ ਸਫ਼ਰ ਕਿੱਦਾਂ ਦਾ ਰਿਹਾ ਤੇ ਹੁਣ ਦੀ ਜ਼ਿੰਦਗੀ ਕਿੱਦਾਂ ਦੀ ਚੱਲ ਰਹੀ ਹੈ। ਵੈਲਕਮ ਅਰਸ਼। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਫॉर ਟੇਕਿੰਗ ਮੀ ਔਨ ਯੂਰ ਸ਼ੋ। ਥੈਂਕ ਯੂ ਸੋ ਮਚ ਸਰ। ਔਰ ਕੀ ਹਾਲ ਚਾਲ ਨੇ ਤੁਹਾਡੇ? ਹਾਲ ਚਾਲ ਵਧੀਆ ਜੀ, ਠੀਕ ਠਾਕ, ਬਾਕੀ ਚੱਲੀ ਜਾਂਦਾ ਫਿਜ਼ੀਕ ਦੇ ਨਾਲ ਨਾਲ। ਔਰ ਮਤਲਬ ਕਿ ਸਭ ਕੁਝ ਸਹੀ ਚੱਲ ਰਿਹਾ ਹੈ? ਸਹੀ ਚੱਲ ਰਿਹਾ। ਮੇਨ ਜ਼ਿਆਦਾ ਫੋਕਸ ਇਸ ਟਾਈਮ ਦੇ ਉੱਤੇ ਫਿਟਨੈਸ ਵੱਲ ਚੱਲ ਰਿਹਾ ਤੇ ਉਹ ਇੱਕ ਲਾਈਫ ਸਟਾਈਲ ਬਣ ਚੁੱਕਾ, ਉੱਧਰ ਲੱਗੇ ਹੋਏ ਆ ਜ਼ੋਰਾਂ ਨਾਲ। ਜਿਵੇਂ ਕਿ ਅਰਸ਼ ਤੁਸੀਂ 2016 ਦੇ ਵਿੱਚ ਮਿਸਟਰ ਪੰਜਾਬ ਦੇ ਸੈਕਿੰਡ ਰਨਰ ਅਪ ਰਹੇ ਹੋ। ਪਹਿਲਾਂ ਤਾਂ ਵੀ ਹਰ ਕੋਈ ਬੰਦਾ ਇੰਨਾ ਵੱਡੇ ਲੈਵਲ 'ਤੇ ਨਹੀਂ ਪੁੱਜ ਸਕਦਾ। ਉਹ ਸਫ਼ਰ ਕਿੱਦਾਂ ਦਾ ਰਿਹਾ, ਉਹ ਅਚੀਵਮੈਂਟ, ਉਹ ਸਫ਼ਰ ਦੇ ਦੌਰਾਨ ਤੁਸੀਂ ਕੀ ਚੀਜ਼ਾਂ ਦੇਖੀਆਂ, ਕੀ ਚੀਜ਼ਾਂ ਫੇਸ ਕੀਤੀਆਂ, ਕੀ ਕੁਝ ਨਵਾਂ ਸਿੱਖਿਆ ਤੇ ਹੁਣ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ? ਸੋ ਪਹਿਲਾਂ ਤਾਂ ਇਹ ਮੈਂ ਦੱਸਦਾ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਜਦੋਂ ਬੰਦਾ ਬਾਹਰ ਨਿਕਲਦਾ ਉਹਦੇ ਬਹੁਤ ਸਾਰੇ ਸੁਪਨੇ ਹੁੰਦੇ ਆ, ਤਾਂ ਉਹਨਾਂ ਸੁਪਨਿਆਂ ਦੇ ਵਿੱਚ ਇੱਕ ਮੈਨੂੰ ਮੌਕਾ ਮਿਲਿਆ, ਇੱਕ ਪਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਮਿਸਟਰ ਪੰਜਾਬ 2016 ਦੇ ਕੰਪੀਟੀਸ਼ਨ ਵਿੱਚ ਕੰਪੀਟ ਕਰਾਂ। ਜਦੋਂ ਪਾਰਟੀਸਪੇਟ ਕੀਤਾ ਤਾਂ ਨਾ ਕੌਨਫੀਡੈਂਸ ਲੈਵਲ ਸੀ, ਨਾ ਬੋਲਿਆ ਜਾਂਦਾ ਸੀਗਾ, ਨਾ ਐਕਟਿੰਗ ਆਉਂਦੀ ਸੀਗੀ, ਨਾ ਮਾਡਲਿੰਗ ਦਾ ਕੁਝ ਪਤਾ ਸੀ। ਸਿਰਫ ਇੱਕ ਫਿਟਨੈਸ ਦਾ ਸੀਗਾ ਕਿ ਇੱਕ ਮੈਨੂੰ ਸ਼ੌਂਕ ਸੀ ਸ਼ੁਰੂ ਤੋਂ ਕਿ ਜੁੱਸਾ ਬੰਦੇ ਦਾ ਫਿੱਟ ਹੋਣਾ ਚਾਹੀਦਾ, ਬਾਡੀ ਫਿੱਟ ਹੋਣੀ ਚਾਹੀਦੀ ਹੈ। ਸੋ ਉਹ ਲੈ ਕੇ ਅਸੀਂ ਸ਼ੋਅ ਦੇ ਉੱਤੇ ਪਹੁੰਚ ਗਏ। ਉੱਥੇ ਸ਼ੋਅ 'ਤੇ ਜਾ ਕੇ ਦੇਖਿਆ ਕੰਪੀਟੀਸ਼ਨ ਹੈ, ਵੱਧ ਤੋਂ ਵੱਧ ਟੈਲੈਂਟ ਚੱਲ ਰਿਹਾ ਹੈ ਅਤੇ ਭੰਗੜਾ ਇੱਕ ਬਹੁਤ ਇੰਪੋਰਟੈਂਟ ਆਪਣੇ ਕਲਚਰ ਦਾ ਪਾਰਟ ਹੈ। ਤਾਂ ਭੰਗੜਾ ਮੈਂ ਯੂਨੀਵਰਸਿਟੀ 'ਚ ਭੰਗੜਾ ਕਰਦਾ ਸੀ, ਉਹ ਮੇਰਾ ਪਲੱਸ ਪੁਆਇੰਟ ਸੀਗਾ। ਬਾਕੀ ਹੋਰ ਕੁਝ ਜ਼ਿਆਦਾ ਮੇਰਾ ਐਕਸਪੀਰੀਅੰਸ ਨਹੀਂ ਰਿਹਾ। ਬਾਕੀ ਸਭ ਜੋ ਵੀ ਕੀਤਾ ਉਹ ਉੱਥੇ ਜਾ ਕੇ ਸਟੇਜ ਦੇ ਉੱਤੇ ਸਿੱਖਿਆ ਕਿ ਉੱਥੇ ਪਰਫੋਰਮੈਂਸ ਦਿੱਤੀਆਂ, ਜੋ ਮਾਡਲਿੰਗ ਦੇ ਵਿੱਚ, ਜੋ ਐਕਟਿੰਗ ਦੇ ਵਿੱਚ ਐਂਡ ਜੋ ਅੱਗੇ ਫਿਟਨੈਸ ਰਾਊਂਡ ਸੀਗੇ, ਉਹ ਸਾਰਾ ਉੱਥੇ ਜਾ ਕੇ ਸਿੱਖਿਆ ਐਂਡ ਉਹਨੂੰ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਐਜ਼ ਅ ਗਰੋਥ ਮੰਨ ਕੇ ਮੈਂ ਚੱਲਦਾ ਕਿ ਮੇਰੇ 'ਚ ਬਹੁਤ ਜ਼ਿਆਦਾ ਗਰੋਥ ਹੋਈ ਉੱਥੇ। ਮੈਂ ਆਪਣੇ ਆਪ ਨੂੰ ਇੱਕ ਛੋਟੇ ਲੈਵਲ ਤੋਂ ਉੱਤੇ ਪੱਧਰ 'ਤੇ ਜਾਂਦਾ ਹੋਇਆ ਖੁਦ ਮਹਿਸੂਸ ਵੀ ਕੀਤਾ ਅਤੇ ਦੇਖਿਆ ਵੀ। ਸੋ ਇਹ ਨਾ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਤੁਸੀਂ ਇੱਕ ਬਹੁਤ ਵੱਡੇ ਲੈਵਲ 'ਤੇ ਪੁੱਜ ਜਾਂਦੇ ਹੋ, ਤਾਂ ਉੱਥੇ ਜਾ ਕੇ ਤੁਸੀਂ ਕਿਤੇ ਨਾ ਕਿਤੇ ਰਿਅਲਾਈਜ਼ ਕਰਦੇ ਹੋ ਕਿ ਯਾਰ ਹਾਂ ਮੈਂ ਹਾਲੇ ਬਹੁਤ ਕੁਝ ਸਿੱਖਣਾ ਆ। ਕਿਉਂਕਿ ਜਦੋਂ ਆਪਾਂ ਕਿਸੇ ਕੰਪੀਟੀਸ਼ਨ 'ਤੇ ਹੁੰਦੇ ਹਾਂ, ਆਪਾਂ ਬਹੁਤ ਸਾਰੇ ਪਾਰਟੀਸਪੈਂਟ ਦੇਖਦੇ ਹਾਂ ਕਿ ਉਹਨਾਂ ਨਾਲ ਕਿੱਦਾਂ ਕੰਪੀਟ ਕਰਨਾ, ਉਹਨਾਂ ਦੇ ਮੁਕਾਬਲੇ ਦਾ ਆਪਣੇ ਆਪ ਨੂੰ ਬਣਾਉਣਾ। ਦੈਨ ਜੇ ਆਪਾਂ ਤੁਹਾਡੀ ਸਟੱਡੀ ਦੀ ਗੱਲ ਕਰੀਏ ਤਾਂ ਤੁਹਾਡੀ ਸਟੱਡੀਜ਼ ਕਿੱਥੋਂ ਦੀ ਰਹੀ? ਮੈਂ ਜਲੰਧਰ ਵਿੱਚ ਸੀਗਾ। 2013 ਵਿੱਚ ਜਲੰਧਰ ਆਇਆ ਸੀਗਾ ਆਫਟਰ ਮਾਈ +2। ਉੱਥੇ ਮੈਂ ਗ੍ਰੈਜੂਏਸ਼ਨ ਕਰਨ ਲਈ ਆਇਆ ਸੀਗਾ। ਮੈਂ ਬੀਟੈਕ ਸਿਵਲ ਇੰਜੀਨੀਅਰਿੰਗ ਦਾ ਸਟੱਡੀ ਲਈ ਸੀ ਉੱਥੇ DAV ਯੂਨੀਵਰਸਿਟੀ ਦੇ ਵਿੱਚ। ਤਾਂ 4 ਸਾਲ ਉੱਥੇ ਜਲੰਧਰ ਹੀ ਰਿਹਾ ਮੈਂ ਐਂਡ ਉਹਦੇ ਦੌਰਾਨ ਹੀ ਮੈਨੂੰ ਮਿਸਟਰ ਪੰਜਾਬ ਵਿੱਚ ਜਾਣ ਦਾ ਮੌਕਾ ਮਿਲਿਆ ਸੀਗਾ। 2016 ਦੇ ਵਿੱਚ ਤੁਸੀਂ ਮਿਸਟਰ ਪੰਜਾਬ ਦੇ ਸੈਕਿੰਡ ਰਨਰ ਅਪ ਰਹੇ। ਦੈਨ ਤੁਹਾਡੀ ਬੀਟੈਕ ਸਟੱਡੀਜ਼ ਦੇ ਵਿੱਚ ਹੈਗੀ ਆ ਅਤੇ ਇਹ ਤਾਂ ਤੁਹਾਡਾ ਪੈਸ਼ਨ ਸੀਗਾ, ਜਿਮ ਫਰੀਕ, ਬਾਡੀ ਬਿਲਡਿੰਗ, ਹੈ ਨਾ। ਅਤੇ ਜੇ ਤੁਹਾਡੇ ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਅਰਸ਼ ਤੁਸੀਂ ਕੀ ਕਰ ਰਹੇ ਹੋ? ਸੋ ਵੈਸੇ ਤਾਂ ਮੈਂ ਸਟੱਡੀ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਮੈਂ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਹੈ, ਬਟ ਅੱਗੇ 2017 ਦੇ ਵਿੱਚ ਜਦੋਂ ਮੇਰੀ ਸਟੱਡੀਜ਼ ਖਤਮ ਹੋਈਆਂ ਸੀਗੀਆਂ ਐਂਡ ਆਫਟਰ ਦਿਸ ਕੰਪੀਟੀਸ਼ਨ ਸਾਡਾ ਇੰਟਰਸਟ ਸੀਗਾ ਥੋੜ੍ਹਾ, ਮੈਂ ਅਤੇ ਮੇਰੇ ਦੋਸਤ ਸੀਗੇ, ਸਾਡਾ ਫਾਈਨੈਂਸ਼ੀਅਲ ਇਨਵੈਸਟਮੈਂਟਸ ਦੇ ਵਿੱਚ ਇੰਟਰਸਟ ਬਣਿਆ ਹੋਇਆ ਸੀਗਾ, ਸ਼ੇਅਰ ਬ੍ਰੋਕਿੰਗ ਦੇ ਵਿੱਚ। ਤਾਂ ਉਹ ਅਸੀਂ ਬਿਜ਼ਨਸ ਸ਼ੁਰੂ ਕੀਤਾ ਇੱਥੇ ਚੰਡੀਗੜ੍ਹ ਆ ਕੇ। ਇਸ ਟਾਈਮ ਦੇ ਉੱਤੇ ਸਾਡਾ ਉਹੀ ਬਿਜ਼ਨਸ ਚੱਲ ਰਿਹਾ, ਉਹਨੂੰ ਹੀ ਅਸੀਂ ਰਨ ਕਰ ਰਹੇ ਹਾਂ। ਬੇਸਿਕਲੀ ਉਹ ਹੈ ਫਾਈਨੈਂਸ਼ੀਅਲ ਬ੍ਰੋਕਿੰਗ ਦਾ ਬਿਜ਼ਨਸ ਹੈ, ਜਿਹਦੇ ਵਿੱਚ ਕਿਸੇ ਲੋਕਾਂ ਨੇ ਇਨਵੈਸਟਮੈਂਟ ਕਰਨੀ ਹੁੰਦੀ ਆਪਣੇ ਪੈਸੇ ਦੀ, ਤਾਂ ਉਹਦੀਆਂ ਸਰਵਿਸਿਜ਼ ਜਿਹੜੀਆਂ ਹੁੰਦੀਆਂ ਜਾਂ ਗਾਈਡੈਂਸ ਕੰਸਲਟੈਂਸੀ ਹੁੰਦੀ ਹੈ, ਸਾਡਾ ਉਹ ਬਿਜ਼ਨਸ ਚੱਲ ਰਿਹਾ ਇਸ ਟਾਈਮ ਦੇ ਉੱਤੇ। ਐਂਡ ਉਹਦੇ ਨਾਲ ਨਾਲ ਮੇਰਾ ਫਿਟਨੈਸ ਦਾ ਜਿਹੜਾ ਸ਼ੌਂਕ ਹੈ ਉਹ ਮੈਂ ਪੂਰਾ ਕਰ ਰਿਹਾ, ਨਾਲ ਨਾਲ ਮਾਡਲਿੰਗ ਦਾ ਜਿਹੜਾ ਮੈਨੂੰ ਸ਼ੌਂਕ ਹੈ ਉਹ ਮੈਂ ਪੂਰਾ ਕਰ ਰਿਹਾ, ਨਾਲ ਨਾਲ ਉਹ ਚੱਲ ਰਿਹਾ। ਫਿਟਨੈਸ ਦੀ ਸ਼ੌਂਕ ਨੂੰ ਤਾਂ ਆਪਾਂ ਦੇਖ ਹੀ ਸਕਦੇ ਹਾਂ ਜੀ, ਬਹੁਤ ਵਧੀਆ ਫਿਜ਼ੀਕ ਆ, ਗੁੱਡ ਲੁਕਿੰਗ ਹੈਂਡਸਮ ਮੁੰਡਾ ਨਾਲ ਬੈਠਾ ਜੀ ਸਾਡੇ। ਮੈਂ ਗੱਲ ਕਰੂੰਗੀ ਇੰਜੀਨੀਅਰਿੰਗ ਤੇ ਨਾ ਬੜੀਆਂ ਮੀਮਸ ਬਣਦੀਆਂ ਹੈ ਨਾ। ਇਹ ਤੁਸੀਂ ਹੁਣੇ ਤੇ ਕਹਿੰਦੇ ਨਾ ਇੰਜੀਨੀਅਰਿੰਗ ਵਾਲਿਆਂ ਨੂੰ ਕੁੜੀਆਂ ਨਹੀਂ ਜੁੜਦੀਆਂ ਹੁੰਦੀਆਂ, ਮਤਲਬ ਕਿ ਬੜੇ ਮੀਮ ਹੁੰਦੇ ਆ, ਹਾਸਾ ਮਜ਼ਾਕ। ਤੁਹਾਡੀ ਜਿਹੜੀ ਕਾਲਜ ਲਾਈਫ ਆ, ਯੂਨੀਵਰਸਿਟੀ ਲਾਈਫ ਆ, ਲਵ ਲਾਈਫ ਆ, ਲਾਈਕ ਪਰਸਨਲ ਲਾਈਫ, ਇਹ ਕਿੱਦਾਂ ਦੀ ਰਹੀ ਹੈ ਯੂਨੀਵਰਸਿਟੀ ਦੇ ਵਿੱਚ? ਪਰਸਨਲ ਲਾਈਫ ਦੀ ਗੱਲ ਕਰਾਂ ਤਾਂ ਇੱਦਾਂ ਦੀ, ਇਹ ਤਾਂ ਮੀਮਸ ਦੇ ਵਿੱਚ ਹੀ ਹੁੰਦਾ ਕਿ ਕੁੜੀਆਂ ਨਹੀਂ ਮਿਲਦੀਆਂ ਇੰਜੀਨੀਅਰਿੰਗ ਵਾਲਿਆਂ ਨੂੰ ਜਾਂ ਜਿੱਦਾਂ ਵੀ ਹੈ, ਬਟ ਨਹੀਂ, ਵਧੀਆ ਰਿਹਾ ਸਾਰਾ ਕੁਛ ਇਸ ਟਾਈਮ ਦੇ ਉੱਤੇ ਤਾਂ। ਬਟ ਮੈਂ ਸਿੰਗਲ ਹੀ ਹਾਂ ਫਿਲਹਾਲ ਤਾਂ। ਇਹ ਦੁੱਖ ਲੱਗ ਰਿਹਾ ਮੈਨੂੰ, ਸ਼ਾਇਦ ਇਸ ਟਾਈਮ ਦੇ ਉੱਤੇ ਤਾਂ ਮੈਂ ਸਿੰਗਲ ਹੀ ਹਾਂ ਫਿਲਹਾਲ ਤਾਂ। ਨਹੀਂ, ਇੱਦਾਂ ਹੀ ਹੈ, ਜਦੋਂ ਬੰਦਾ ਤੁਸੀਂ ਆਪਣੇ ਚੀਜ਼ਾਂ ਦੇ ਲਈ ਪੈਸ਼ਨੇਟ ਹੋ ਜਾਂਦੇ ਹੋ ਤਾਂ ਕੁਛ ਚੀਜ਼ਾਂ ਸਾਈਡ 'ਤੇ ਰੱਖ ਕੇ ਚੱਲਣਾ ਪੈਂਦਾ ਹੈ, ਕਿਉਂਕਿ ਤੁਹਾਡਾ ਟਾਈਮ ਜਿਹੜਾ ਹੈ ਉਹ ਅੱਗੇ ਤੁਹਾਡੀ ਲਾਈਫ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਾਇਓਰਟਾਈਜ਼ ਹੁੰਦੀਆਂ ਨੇ ਤੁਹਾਡੀਆਂ, ਤੁਸੀਂ ਉਹਨਾਂ ਵੱਲ ਜ਼ਿਆਦਾ ਫੋਕਸ ਕਰਦੇ ਹੋ, ਉਹਨਾਂ ਵੱਲ ਧਿਆਨ ਦਿੰਦੇ ਹੋ, ਤਾਂ ਕੁਛ ਚੀਜ਼ਾਂ ਸਾਈਡ 'ਤੇ ਰਹਿ ਜਾਂਦੀਆਂ ਨੇ। ਸੋ ਉਹ ਵੀ ਇੱਕ ਰੀਜ਼ਨ ਕਹਿ ਸਕਦੇ ਹਾਂ ਸਿੰਗਲ ਹੋਣ ਦਾ।
ਸੋ ਅਰਸ਼, ਜੇ ਆਪਾਂ ਗੱਲ ਕਰੀਏ ਇੰਨੀ ਵਧੀਆ ਫਿਜ਼ੀਕ ਹੈ ਤੁਹਾਡੀ, ਤੇ ਰੋਜ਼ ਜਿਮ ਦੇ ਵਿੱਚ ਡੇਲੀ ਕਿੰਨਾ ਟਾਈਮ ਦਿੰਦੇ ਹੋ ਇਹ ਫਿਜ਼ੀਕ ਨੂੰ ਮੇਨਟੇਨ ਰੱਖਦੇ ਹੋ? ਇਹਦੇ ਪਿੱਛੇ ਕਿੰਨੀ ਮਿਹਨਤ ਲੱਗਦੀ ਆ, ਕੀ ਡਾਈਟ ਰਹਿੰਦੀ ਹੈ, ਮੈਂ ਸਭ ਜਾਣਨਾ ਚਾਹੂੰਗੀ। ਸੋ ਬੇਸਿਕਲੀ ਇਹ ਹੈਗਾ ਕਿ ਜਿੰਨੇ ਵੀ ਲੋਕ ਜਿਮ ਫਰੀਕ ਨੇ ਜਾਂ ਜਿਮ ਕਰਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਮ ਦੇ ਵਿੱਚ ਟਾਈਮ ਲਾਉਣਾ ਉਹ ਇੱਕ ਵੱਖਰੀ ਚੀਜ਼ ਹੈ, ਬਟ ਸਾਰਾ ਦਿਨ ਤੁਸੀਂ ਕੀ ਕਰਦੇ ਹੋ ਉਹ ਬਹੁਤ ਮੈਟਰ ਕਰਦਾ ਹੈ ਇੱਕ ਵਧੀਆ ਫਿਜ਼ੀਕ ਲਈ, ਇੱਕ ਹੈਲਦੀ ਬੋਡੀ ਲਈ। ਕਿਉਂਕਿ ਜਿਮ ਤੁਹਾਡਾ ਵਰਕਆਊਟ ਮੈਟਰ ਕਰਦਾ ਹੈ 30%, ਐਂਡ ਜਿਹੜੇ ਤੁਹਾਡਾ ਨਿਊਟ੍ਰੀਸ਼ਨ ਹੈ, ਜਿਹੜੀ ਡਾਈਟ ਹੈ, ਜਿਹੜੀ ਸਾਰਾ ਦਿਨ ਤੁਸੀਂ ਮੀਲਸ ਖਾਣੀਆਂ ਨੇ, ਉਹ ਤੁਹਾਡੀਆਂ 70 to 80% ਮੈਟਰ ਕਰਦੀਆਂ। ਸੋ ਜਿਮ ਦੇ ਵਿੱਚ ਤਾਂ ਰੈਗੂਲਰ ਬੇਸਿਸ ਤੇ 2 ਤੋਂ 3 ਘੰਟੇ ਐਕਸਰਸਾਈਜ਼ ਰਹਿੰਦਾ ਹੀ ਹੈ ਹਰ ਰੋਜ਼, ਇਟਸ ਅ ਪਾਰਟ ਆਫ ਮਾਈ ਲਾਈਫ ਸਟਾਈਲ। ਬਟ ਨਿਊਟ੍ਰੀਸ਼ਨ ਦੇ ਵਿੱਚ ਸਾਰਾ ਦਿਨ ਸਵੇਰੇ ਉੱਠ ਕੇ ਮੀਲ ਪ੍ਰੈਪ ਕਰੋ, ਐਂਡ ਸਾਰਾ ਦਿਨ ਤੁਸੀਂ ਉਸ ਤੋਂ ਬਾਅਦ ਆਫਿਸ ਜਾਣਾ, ਨਾਲ ਮੀਲਸ ਲੈ ਕੇ ਜਾਓ, ਖਾਓ, ਉਹ ਉਹਨਾਂ 'ਤੇ ਜ਼ਿਆਦਾ ਫੋਕਸ ਕਰਨਾ ਪੈਂਦਾ, ਉਹ ਜ਼ਿਆਦਾ ਚੀਜ਼ ਮੈਟਰ ਕਰਦੀ ਹੈ। ਅਰਸ਼, ਜਦੋਂ ਨਾ ਮੈਨੂੰ ਪਤਾ ਲੱਗਿਆ ਕਿ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ, ਇੰਟਰਵਿਊ ਤੋਂ ਪਹਿਲਾਂ ਮੈਂ ਤੁਹਾਡੇ ਬਾਰੇ ਨਾ ਰਿਸਰਚ ਕਰ ਰਹੀ ਸੀ ਕੁਝ, ਤੇ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਇੰਸਟਾਗ੍ਰਾਮ ਦੀ, ਤੁਸੀਂ ਕੁਕਿੰਗ ਖੁਦ ਕਰਦੇ ਹੋ, ਆਈ ਥਿੰਕ ਜਿਹੜਾ ਆਪਣਾ ਮੀਲ ਹੈ ਖੁਦ ਪ੍ਰੀਪੇਅਰ ਕਰਦੇ ਹੋ, ਹੈ ਨਾ? ਸੋ ਉਹ ਰੂਟੀਨ ਕਿਦਾਂ ਦਾ ਰਹਿੰਦਾ? ਸੋ ਮੈਨੂੰ ਕਹਿ ਸਕਦਾ ਮੈਂ ਕਿ ਮੈਨੂੰ 10 ਸਾਲ ਹੋ ਗਿਆ ਘਰੋਂ ਬਾਹਰ ਰਹਿ ਰਿਹਾ ਨੂੰ। ਮੈਂ ਆਪਣੇ ਜਿਹੜਾ ਮੇਰਾ ਜੱਦੀ ਘਰ ਹੈ ਪਿੰਡ, ਉੱਥੋਂ ਮੈਂ ਬਾਹਰ ਰਹਿ ਰਿਹਾ ਬਿਕੋਜ਼ ਆਫ ਸਟੱਡੀਜ਼ ਐਂਡ ਆਫਟਰ ਦੈਟ ਬਿਕੋਜ਼ ਆਫ ਮਾਈ ਬਿਜ਼ਨਸ। ਤਾਂ ਸ਼ੁਰੂ ਤੋਂ ਹੀ ਲੈ ਕੇ ਜਦੋਂ ਤੁਸੀਂ ਜਿਮ ਲਈ ਫਰੀਕ ਹੁੰਦੇ ਹੋ ਤਾਂ ਮੀਲਸ ਜਿਹੜੀਆਂ ਹੁੰਦੀਆਂ ਤੁਹਾਡੇ ਅਕੋਰਡਿੰਗ ਤੁਸੀਂ ਉਹਨਾਂ ਨੂੰ ਮੇਨਟੇਨ ਕਰਦੇ ਹੋ ਕਿ ਕਿੰਨਾ ਤੁਸੀਂ ਪ੍ਰੋਟੀਨ ਲੈਣਾ, ਕਿੰਨੇ ਕਾਰਬਸ ਲੈਣੇ ਆ ਨਾ। ਤਾਂ ਉਹਨਾਂ ਨੂੰ ਉਹਨਾਂ ਦੀ ਪ੍ਰੈਪਰੇਸ਼ਨ ਵੀ ਖੁਦ ਕਰਨੀ ਮੈਨੂੰ ਵਧੀਆ ਲੱਗਦੀ ਹੈ। ਵੈਸੇ ਵੀ ਮੈਨੂੰ ਕੁਕਿੰਗ ਦਾ ਸ਼ੌਂਕ ਹੈ, ਸਾਰਾ ਕੁਝ ਬਣਾ ਲਈਦਾ ਆਪਾਂ, ਰੋਟੀ ਫੁਲਕਾ ਦਾਲ ਸਭ ਬਣਾ ਲਈਦਾ। ਬਾਕੀ ਮੀਲ ਪ੍ਰੈਪਸ ਜਿਹੜੀਆਂ ਹੁੰਦੀਆਂ ਉਹ ਕੁਝ ਸੈਪਰੇਟ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਰੋਟੀ ਐਂਡ ਦਾਲ ਸਬਜ਼ੀ ਨਹੀਂ ਰਹਿੰਦੀ। ਉਹ ਜਿਮ ਵਾਲੀ ਜੋ ਡਾਈਟ ਹੁੰਦੀ ਹੈ ਉਹਨੂੰ ਹੀ ਆਪਾਂ ਮੇਨਟੇਨ ਕਰਦੇ ਹਾਂ। ਤਾਂ ਉਹ ਇੱਕ ਲਾਈਫ ਸਟਾਈਲ ਬਣ ਚੁੱਕਾ ਹੈ ਕਿ ਸਵੇਰੇ ਉੱਠੋ, ਅੱਖਾਂ ਪੂੰਝਦਿਆਂ ਰਸੋਈ 'ਚ ਜਾਓ ਤੇ ਜਾ ਕੇ ਚਾਕੂ ਫੜ ਲਓ। ਸੋ ਕੁੜੀਓ ਦੇਖ ਲਓ, ਜੇ ਸੋਚ ਰਹੇ ਹੋ ਤੇ ਮੁੰਡਾ ਇੱਕਦਮ ਪਰਫੈਕਟ ਹੈ, ਰੋਟੀ ਪਾਣੀ ਸਭ ਕੁਝ ਬਣਾਉਣਾ ਆਉਂਦਾ ਹੈ, ਦਾਲ ਫੁਲਕਾ ਜਿਮ ਹਰ ਇੱਕ ਚੀਜ਼ ਤੁਹਾਨੂੰ ਬਣੀ ਬਣਾਈ ਮਿਲੂਗੀ, ਤਿਆਰੀ ਖਿੱਚ ਲਓ। ਇਸੇ ਕਰਕੇ ਸਿੰਗਲ ਹੈ ਨਾ ਆਪਾਂ, ਲੋੜ ਨਹੀਂ ਪੈਂਦੀ। ਜੇ ਤੁਸੀਂ ਕਿਹਾ ਮੈਂ ਤੁਹਾਡੇ ਪਿੰਡ ਬਾਰੇ ਜਾਣਨਾ ਚਾਹੁੰਦਾ, ਤੁਹਾਡਾ ਕਿਹੜਾ ਪਿੰਡ ਹੈ, ਕਿਹੜਾ ਜੱਦੀ ਪਿੰਡ ਹੈ, ਲਾਈਕ ਉੱਥੋਂ ਦੇ ਲੋਕ ਹੁਣ ਤੁਸੀਂ ਜਾਣਦੇ ਹੋ ਤੇ ਤੁਹਾਨੂੰ ਕਿੱਦਾਂ ਦੇਖਦੇ ਨੇ? ਸੋ ਮੇਰਾ ਫਿਰੋਜ਼ਪੁਰ ਡਿਸਟ੍ਰਿਕਟ, ਉੱਥੇ ਮੇਰਾ ਫੈਮਿਲੀ ਘਰ ਵੀ ਉੱਥੇ ਹੀ ਹੈ। ਉੱਥੋਂ ਮੈਂ ਨਿਕਲਿਆ ਸੀਗਾ 2013 ਦੇ ਵਿੱਚ ਜਲੰਧਰ ਦੇ ਲਈ, ਅਤੇ ਉਸ ਤੋਂ ਬਾਅਦ ਬਸ 4 ਸਾਲ ਉੱਥੇ ਲਾਏ, ਫਿਰ 3.5 ਸਾਲ ਇੱਥੇ ਹੋ ਗਿਆ ਆਇਆਂ ਨੂੰ। ਫਿਰ ਬਸ ਵਾਪਿਸ ਹੁਣ ਜਾਈਦਾ ਹੈ ਜਦੋਂ, ਤਾਂ ਲੋਕ ਵਧੀਆ ਦੇਖਦੇ ਨੇ, ਐਡਮਾਇਰ ਕਰਦੇ ਨੇ ਕਿ ਮੁੰਡਾ ਅੱਗੇ ਵਧ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਇੱਕ ਬਹੁਤ ਹੀ ਛੋਟੇ ਜਿਹੇ ਲੈਵਲ ਤੋਂ ਉੱਠੇ ਹੋਏ ਹਾਂ ਅਸੀਂ। ਅਤੇ ਲੋਕਾਂ ਨੂੰ ਕਈ ਜਿਹੜੇ ਮੁੰਡੇ ਹੈਗੇ ਆ ਮੇਰੇ ਪਿੰਡ ਦੇ, ਮੈਨੂੰ ਵਧੀਆ ਲੱਗਦਾ ਜਦੋਂ ਮੈਨੂੰ ਪੁੱਛਦੇ ਨੇ ਕਿ ਉਹ ਮੈਨੂੰ ਐਡਮਾਇਰ ਕਰਦੇ ਨੇ, ਐਜ਼ ਆ ਆਈਡਲ ਮੰਨਦੇ ਨੇ, ਅੱਗੇ ਮੇਰੇ ਤੋਂ ਗਾਈਡੈਂਸ ਵੀ ਲੈਂਦੇ ਨੇ ਫਿਜ਼ੀਕ ਦੇ ਵਿੱਚ ਵੀ। ਕਿਉਂਕਿ ਜੋ ਵੀ ਮਾਹੌਲ ਸੀਗਾ ਪਿਛਲੇ ਸਾਲਾਂ ਦੇ ਵਿੱਚ ਆਪਣੇ ਪਿੰਡਾਂ ਦਾ, ਤਾਂ ਉਹਦੇ ਅਕੋਰਡਿੰਗ ਹੁਣ ਦੇਖਿਆ ਜਾਵੇ ਤਾਂ ਮੈਂ ਵੀ ਚਾਹੁੰਦਾ ਕਿ ਮੈਂ ਆਪਣੀ ਯੂਥ ਦੇ ਲਈ ਇੰਸਪੀਰੇਸ਼ਨ ਬਣ ਸਕਾਂ, ਅੱਗੇ ਵੱਧ ਕੇ ਆਵਾਂ। ਮੇਰਾ ਵੈਸੇ ਵੀ ਸ਼ੌਂਕ ਸੀਗਾ ਕਿ ਮੈਂ ਲੋਕਾਂ ਨੂੰ ਮੋਟੀਵੇਟ ਕਰਾਂ। ਮੈਂ ਇੱਕ ਮੋਟੀਵੇਸ਼ਨਲ ਸਪੀਕਰ ਵੀ ਬਣਨਾ ਚਾਹੁੰਦਾ ਆਪਣੀ ਲਾਈਫ ਦੇ ਵਿੱਚ। ਮੈਂ ਮਿਸਟਰ ਪੰਜਾਬ ਦੀ ਸਟੇਜ 'ਤੇ ਵੀ ਬੋਲਿਆ ਸੀਗਾ। ਸੋ ਬੰਦੇ ਦੀ ਜ਼ਿੰਦਗੀ 'ਚ ਅਪਸ ਐਂਡ ਡਾਊਨਸ ਚੱਲਦੇ ਰਹਿੰਦੇ ਆ, ਤਾਂ ਬਟ ਮੈਂ ਆਪਣੇ ਆਪ ਨੂੰ ਨਾਲ ਦੀ ਨਾਲ ਗਰੋ ਕਰ ਰਿਹਾ ਕਿ ਮੈਂ ਉਸ ਮੁਕਾਮ 'ਤੇ ਪਹੁੰਚਾਂ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਉਸ ਮੁਕਾਮ 'ਤੇ ਪਹੁੰਚ ਸਕਾਂ। ਤੇ ਵੈਸੇ ਇਲਾਕਾ ਤਾਂ ਸੇਮ ਹੀ ਆਪਣਾ, ਤੁਹਾਡਾ ਫਿਰੋਜ਼ਪੁਰ, ਸਾਡਾ ਫਾਜ਼ਿਲਕਾ। ਹਾਂ ਬਿਲਕੁਲ, ਮਾਝਾ ਮਲਵਈਆ ਮਿਕਸ ਆ ਜਾਂਦਾ ਉਹਦੇ। ਸੋ ਜਿੱਦਾਂ ਕਿ ਤੁਸੀਂ ਪਿੰਡ ਜਾਂਦੇ ਹੋ ਤੇ ਪਿੰਡ ਦੇ ਲੋਕ ਤੁਹਾਡੇ ਕੋਲ ਗਾਈਡੈਂਸ ਲੈਂਦੇ ਆ, ਫਿਰ ਘਰਦਿਆਂ ਨੂੰ ਵੀ ਮਾਣ ਮਹਿਸੂਸ ਹੁੰਦਾ ਹੋਣਾ, ਮੰਮੀ ਪਾਪਾ ਹੋਰਾਂ ਦੀ ਐਵੇਂ ਧੌਣ ਉੱਚੀ ਹੁੰਦੀ ਹੋਣੀ ਕਿ ਸਾਡਾ ਬਲਦੇ ਪੁੱਛਿਆ। ਤੁਹਾਡੀ ਗੱਲ ਕਰੀਏ, ਗਾਈਡੈਂਸ ਰਹੀਆਂ ਨੇ, ਤੁਹਾਨੂੰ ਐਪਰੀਸ਼ੀਏਸ਼ਨ ਕਿੱਥੋਂ ਮਿਲੀ, ਜਾਂ ਤੁਸੀਂ ਕਿਹਨੂੰ ਐਡਮਾਇਰ ਕਰਦੇ ਹੋ ਹੁਣ, ਕਿਹਨਾਂ ਨੂੰ ਦੇਖਦੇ ਹੋ ਹੁਣ? ਸੋ ਮੈਂ ਇੱਕ ਤਾਂ ਮੈਂ ਬੁੱਕ ਰੀਡਿੰਗ ਕਾਫੀ ਕਰਦਾ ਵਾਂ। ਮੈਂ ਇੰਪਾਵਰਮੈਂਟ ਬੁੱਕਸ ਜਿਹੜੀਆਂ ਹੁੰਦੀਆਂ ਨੇ ਉਹ ਕਾਫੀ ਪੜ੍ਹਦਾ, ਤਾਂ ਉੱਥੋਂ ਮੈਨੂੰ ਮੋਟੀਵੇਸ਼ਨ ਮਿਲਦੀ ਹੈ। ਬਾਕੀ ਸਪੀਕਰ ਜਿਹੜੇ ਹੈਗੇ ਆ ਮੈਂ ਸੁਣਦਾ ਉਹਨਾਂ ਨੂੰ, ਐਂਡੀ ਫ੍ਰੀਜ਼ੇਲਾ, ਮੈਂ ਮੋਸਟਲੀ ਫੋਰਨ ਜਿਹੜੇ ਸਪੀਕਰ ਨੇ ਉਹਨਾਂ ਨੂੰ ਸੁਣਦਾ ਵਾਂ, ਅਤੇ ਐਂਡੀ ਫ੍ਰੀਜ਼ੇਲਾ, ਗੈਰੀ ਵਿਨਰਚਕ, ਉਹਨਾਂ ਨੂੰ ਮੈਂ ਲਗਾਤਾਰ, ਟੋਨੀ ਰੋਬਿਨਸਨਸ, ਉਹਨਾਂ ਨੂੰ ਮੈਂ ਲਗਾਤਾਰ ਸੁਣਦਾ ਆਇਆ ਪਿਛਲੇ ਟਾਈਮ ਤੋਂ ਵੀ, ਹੁਣ ਵੀ ਉਹਨਾਂ ਨੂੰ ਸੁਣਦਾ। ਬਾਕੀ ਮੋਟੀਵੇਸ਼ਨ ਦਾ ਮੇਰਾ ਮੇਨ ਫੰਡਾ ਇਹ ਹੈਗਾ ਕਿ ਜਦੋਂ ਤੁਹਾਡੀ ਲਾਈਫ ਦਾ ਕੋਈ ਗੋਲ ਹੈ, ਕੋਈ ਪੈਸ਼ਨ ਹੈ ਜਿਹਨੂੰ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ, ਤਾਂ ਜਦੋਂ ਤੁਸੀਂ ਉਹਦੇ ਲਈ ਵਰਕ ਕਰਦੇ ਹੋ, ਐਕਸ਼ਨ ਦੀ ਫਾਰਮ 'ਚ ਵਰਕ ਕਰਦੇ ਹੋ, ਤਾਂ ਅਸਲ ਮੋਟੀਵੇਸ਼ਨ, ਇੰਸਪੀਰੇਸ਼ਨ ਤੁਹਾਨੂੰ ਉੱਥੋਂ ਮਿਲਦੀ ਹੈ। ਕਿ ਅਗਰ ਮੈਂ ਜਿਮ ਦੇ ਵਿੱਚ ਆ ਕੇ ਵਰਕਆਊਟ ਕਰ ਰਿਹਾ ਵਾਂ, ਮੈਂ ਇੱਕ ਫਿਜ਼ੀਕ ਸੋਚੀ ਆਪਣੀ ਮਾਈਂਡ ਦੇ ਵਿੱਚ, ਅਤੇ ਮੈਂ ਉਹਨੂੰ ਇਮੈਜਿਨ ਕਰਦਾ ਕਿ ਮੈਂ ਇਹ ਫਿਜ਼ੀਕ ਤੱਕ ਪਹੁੰਚਣਾ, ਐਂਡ ਆਫਟਰ ਦੈਟ ਮੈਂ ਇੱਕ ਉਹਦੇ ਲਈ ਪਲਾਨ ਕਰਦਾ ਕਿ ਮੈਂ ਕਿੱਦਾਂ ਉੱਥੋਂ ਤੱਕ ਪਹੁੰਚ ਸਕਦਾ, ਅਤੇ ਉਹਦੇ ਉੱਤੇ ਵਰਕ ਕਰਦਾ, ਠੀਕ ਹੈ।
ਅਸਲ ਇੰਸਪੀਰੇਸ਼ਨ ਤੁਹਾਨੂੰ ਉੱਥੋਂ ਮਿਲਣੀ ਚਾਹੀਦੀ ਵੀ ਹੈ ਤੇ ਮੇਰੇ ਲਈ ਉਹ ਇੱਕ ਬਹੁਤ ਵੱਡੀ ਇੰਸਪੀਰੇਸ਼ਨ ਹੈ, ਠੀਕ ਹੈ। ਤਾਂ ਮੇਰੀ ਜਿਹੜੀ ਮੇਨ, ਬਾਕੀ ਮੈਂ ਆਪਣੇ ਮਦਰ ਫਾਦਰ ਦਾ ਨਾਮ ਬਣਾਉਣਾ ਚਾਹੁੰਦਾ। ਮੇਰੇ ਫਾਦਰ ਇਸ ਟਾਈਮ ਇਸ ਦੁਨੀਆ 'ਚ ਨਹੀਂ ਹੈਗੇ। ਆਈ ਲੋਸਟ ਮਾਈ ਫਾਦਰ ਇਨ 2019, ਬਟ ਜਦੋਂ ਮੈਂ ਦੇਖਿਆ, ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ 2016 ਦੇ ਵਿੱਚ ਮੈਂ ਪੋਜੀਸ਼ਨ ਲਈ ਤਾਂ ਮੇਰੇ ਫਾਦਰ ਬਹੁਤ ਪ੍ਰਾਊਡ ਸੀਗੇ ਮੇਰੇ ਤੋਂ। ਇੱਕ ਮੇਰੀ ਲਾਈਫ ਦਾ ਵੀ ਬਹੁਤ ਵੱਡਾ ਟਾਈਮ ਸੀਗਾ ਜਦੋਂ ਮੈਂ ਦੇਖਿਆ ਉਹਨਾਂ ਦੇ ਚਿਹਰੇ 'ਤੇ ਜਿਹੜੀ ਖੁਸ਼ੀ ਸੀਗੀ, ਉਹ ਅੱਜ ਵੀ ਮੈਨੂੰ ਯਾਦ ਹੈ। ਤਾਂ ਮੈਂ ਅੱਜ ਵੀ ਉਹਨਾਂ ਲਈ, ਮੇਰੇ ਮਦਰ ਲਈ ਕਰ ਰਿਹਾ ਜੋ ਵੀ ਕਰ ਰਿਹਾ, ਮੈਂ ਆਪਣੇ ਫਾਦਰ ਲਈ ਕਰ ਰਿਹਾ। ਮੈਂ ਉਹਨਾਂ ਦਾ ਨਾਮ ਬਣਾ ਕੇ ਅੱਗੇ ਵਧਣਾ ਚਾਹੁੰਦਾ। ਸੋ ਬਈ ਅਰਸ਼ ਹੋਣਾ ਨੇ ਵੀ ਕਿਹਾ ਤੇ ਮੈਂ ਵੀ ਇਹੀ ਕਹੂੰਗੀ, ਜੇ ਤੁਹਾਡਾ ਲਾਈਫ ਦੇ ਵਿੱਚ ਕੋਈ ਏਮ ਆ, ਗੋਲ ਸੈੱਟ ਕਰੋ, ਪੈਰਾਮੀਟਰ ਸੈੱਟ ਕਰੋ ਤੇ ਦਿਨ ਜੀ ਜਾਨ ਲਾ ਦਿਓ, ਉਹਦੇ ਪਿੱਛੇ ਪੈ ਜਾਓ ਨਹਾ ਧੋ ਹੱਥ ਧੋ ਕੇ ਕਿ ਬਸ ਆ ਅਚੀਵ ਕਰਨਾ ਆ। ਸੋ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਘਰਦਿਆਂ ਨੂੰ ਮਾਣ ਮਹਿਸੂਸ ਕਰਾਉਣਾ। ਤੇ ਇੰਨੀ ਵਧੀਆ ਫਿਜ਼ੀਕ ਆ ਤੁਹਾਡੀ। ਅੱਜ ਕੱਲ੍ਹ ਦੇਖੀਏ ਤੇ ਆਪਾਂ ਐਕਟਿੰਗ ਮੋਡਲਿੰਗ ਦੇ ਵਿੱਚ ਮੁੰਡੇ ਦੇਖਦੇ ਹਾਂ ਉੱਚੇ ਲੰਬੇ ਸੋਹਣੇ ਸੁਨੱਖੇ, ਤੇ ਆਪਣਾ ਕੋਈ ਹੈਗਾ ਇਰਾਦਾ ਐਕਟਿੰਗ ਵੱਲ ਜਾਣ ਦਾ, ਜਾਂ ਫਿਰ ਓਪਰਚੁਨਿਟੀ ਮਿਲੀ ਨਹੀਂ ਜਾਂ ਫਿਰ ਮਿਲੀ ਆ, ਕੀ ਸਿਸਟਮ? ਨਹੀਂ, ਇਰਾਦਾ ਤਾਂ ਹੈ, ਇੱਛਾ ਤਾਂ ਹੈ ਮਨ 'ਚ, ਮਤਲਬ ਕਿ ਉਸ ਫੀਲਡ ਵੱਲ ਵਧੀਏ, ਮੋਡਲਿੰਗ ਵੱਲ ਅਤੇ ਐਕਟਿੰਗ ਵੱਲ ਵੀ। ਹਾਂ, ਕੁਛ ਓਪਰਚੁਨਿਟੀਜ਼ ਆ ਰਹੀਆਂ ਨੇ ਹੁਣ ਵੀ, ਜਿੱਦਾਂ ਮੇਰਾ ਵਧੀਆ ਅੱਗੇ ਮੈਂ ਫੋਟੋ ਸ਼ੂਟਸ ਵਗੈਰਾ ਕਰਵਾਉਂਦਾ ਰਹਿੰਦਾ, ਤਾਂ ਹੁਣ ਕੁਛ ਲੋਕ ਅਪਰੋਚ ਕਰ ਰਹੇ ਨੇ। ਸੋ ਮੇਰਾ ਇਹ ਹੈ ਕਿ ਮੈਂ ਇਸ ਸਟਰਗਲ ਦੇ ਵਿੱਚ ਮੈਂ ਆਪਣੇ ਆਪ ਨੂੰ ਇੰਨਾ ਵਧੀਆ ਬਣਾ ਲਵਾਂ ਕਿ ਮੈਨੂੰ ਕਿਸੇ ਕੋਲ ਜਾਣ ਦੀ ਲੋੜ ਨਾ ਪਵੇ, ਓਪਰਚੁਨਿਟੀ ਹੀ ਮੇਰੇ ਕੋਲ ਆ ਜਾਏ। ਤਾਂ ਮੈਂ ਇੱਦਾਂ ਦਾ, ਕਿਉਂਕਿ ਐਜ਼ ਅ ਪ੍ਰੋਫੈਸ਼ਨ ਮੈਂ ਦੇਖਾਂ ਤਾਂ ਮੇਰਾ ਬਿਜ਼ਨਸ ਚੱਲ ਰਿਹਾ, ਉਹਨੂੰ ਮੈਂ ਗਰੋ ਕਰ ਰਿਹਾ, ਠੀਕ ਹੈ। ਐਂਡ ਐਜ਼ ਅ ਪੈਸ਼ਨ ਅਗਰ ਦੇਖਾਂ ਤਾਂ ਇਹ ਚੀਜ਼ਾਂ ਨੇ ਮੇਰੀ ਲਾਈਫ ਦੀਆਂ, ਐਂਡ ਇਹਨਾਂ ਦੇ ਲਈ ਮੈਂ ਆਪਣੇ ਆਪ ਨੂੰ ਗਰੂਮ ਕਰ ਰਿਹਾ ਵਾਂ ਤਾਂ ਕਿ ਮੈਂ ਇੱਕ ਉਸ ਲੈਵਲ 'ਤੇ ਪਹੁੰਚ ਸਕਾਂ ਕਿ ਮੇਰੇ 'ਚੋਂ ਕਾਬਲੀਅਤ ਹੋਵੇ, ਲੋਕਾਂ ਨੂੰ ਲੱਗੇ ਕਿ ਹਾਂ ਇਹਨੂੰ ਲਿਆ ਜਾਣਾ ਚਾਹੀਦਾ ਵਾ ਅੱਗੇ, ਹੈ ਨਾ। ਸੋ ਉਹਦੇ ਉੱਤੇ ਵਰਕ ਕਰ ਰਿਹਾ। ਹਾਂ, ਅੱਜ ਕੱਲ੍ਹ ਕੁਛ ਓਪਰਚੁਨਿਟੀਜ਼ ਆ ਵੀ ਰਹੀਆਂ ਨੇ, ਸੋ ਕੋਈ ਵੀ ਵਧੀਆ ਓਪਰਚੁਨਿਟੀ ਹੋਏਗੀ ਤਾਂ ਡੈਫੀਨੇਟਲੀ ਉਹਦੇ 'ਚ ਅੱਗੇ ਮੈਂ ਵਰਕ ਕਰੂੰਗਾ। ਮਤਲਬ ਕਿ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਅਰਸ਼ ਹੋਰੀ ਗਾਣਿਆਂ ਦੇ ਵਿੱਚ, ਐਕਟਿੰਗ ਦੇ ਵਿੱਚ ਮੋਡਲਿੰਗ ਕਰਦੇ ਹੋਏ ਦਿਖਾਈ ਦੇਣਗੇ, ਐਕਟਿੰਗ ਕਰਦੇ ਹੋਏ ਦਿਖਾਈ ਦੇਣਗੇ, ਹੈ ਨਾ। ਸੋ ਅਰਸ਼, ਲਾਈਕ ਜਿੱਦਾਂ ਕਿ ਤੁਸੀਂ ਹੁਣ ਮਤਲਬ ਕਿ ਮਿਸਟਰ ਪੰਜਾਬ ਦਾ ਟਾਈਟਲ ਜਿੱਤਿਆ, ਨਾਮ ਹੁੰਦਾ ਇੱਕ, ਤੁਸੀਂ ਡੇਲੀ ਜਿਮ ਦੇ ਵਿੱਚ ਟਾਈਮ ਦਿੰਦੇ ਹੋ ਹਰ ਇੱਕ ਚੀਜ਼, ਐਂਡ ਤੁਸੀਂ ਆ ਵੀ ਗੱਲ ਕੀ ਨਾ, ਤੁਸੀਂ ਮੋਟੀਵੇਸ਼ਨਲ ਸਪੀਕਰ ਬਣਨਾ ਚਾਹੁੰਦੇ ਹੋ, ਅਤੇ ਤੁਸੀਂ ਕੁਝ ਸੋਚਿਆ ਵੀ ਕਿੱਦਾਂ ਦਾ ਕੰਟੈਂਟ ਜਾਂ ਕਿੱਦਾਂ ਦੇ ਕੰਟੈਂਟ 'ਤੇ ਤੁਸੀਂ ਵਰਕ ਕਰੋਗੇ? ਕੀ ਚੀਜ਼ ਜਿਹੜੇ ਤੁਹਾਨੂੰ ਲੋਕ ਫੋਲੋ ਕਰਦੇ ਆ ਜਾਂ ਫਿਰ ਜਿਹਨਾਂ ਨੂੰ ਤੁਸੀਂ ਐਡਮਾਇਰ ਕਰਦੇ ਹੋ, ਕਨਕਲੂਜਨ ਕੱਢ ਕੇ ਸਾਰਾ ਕਿਸ ਚੀਜ਼ ਦਾ ਕੰਟੈਂਟ ਤੁਸੀਂ ਰੱਖਣਾ ਚਾਹੁੰਦੇ ਹੋ? ਸੋ ਬੇਸਿਕਲੀ ਇੱਦਾਂ ਕੋਈ ਪਰਟੀਕੂਲਰ ਨਹੀਂ ਹੈ ਕਿ ਇੱਕੋ ਹੀ ਤਰ੍ਹਾਂ ਦਾ ਕੰਟੈਂਟ ਹੋਏਗਾ ਮੇਰਾ। ਤਾਂ ਮੈਂ ਫਿਟਨੈਸ ਦਾ ਕੰਟੈਂਟ ਤਾਂ ਡੈਫੀਨੇਟਲੀ ਰੱਖੂੰਗਾ ਹੀ, ਕਿ ਤਾਂ ਕਿ ਮੈਂ ਲੋਕਾਂ ਨੂੰ ਦੱਸ ਸਕਾਂ, ਉਹਨਾਂ ਤੱਕ ਮੇਰਾ ਮੈਸੇਜ ਪਹੁੰਚ ਸਕੇ, ਹੈ ਨਾ। ਬਾਕੀ ਹੁਣ ਵੀ ਜਿਹੜੀਆਂ ਮੇਰੀਆਂ ਵੀਡੀਓਜ਼ ਨੇ ਉਹ ਮੋਸਟਲੀ ਫਿਜ਼ੀਕ ਅਤੇ ਫਿਟਨੈਸ ਦੇ ਉੱਪਰ ਹੀ ਨੇ। ਬਟ ਅੱਗੇ ਮਤਲਬ ਜਿੱਦਾਂ ਮੈਂ ਗੱਲ ਕਰਾਂ ਤਾਂ 2012-13 ਦੀ ਤਾਂ ਮੈਨੂੰ ਕੋਈ ਗਾਈਡੈਂਸ ਨਹੀਂ ਸੀ ਲਾਈਫ ਦੇ ਵਿੱਚ। ਤਾਂ ਮੈਂ ਜੋ ਵੀ ਸਿੱਖਿਆ ਐਕਸਪੀਰੀਅੰਸ ਨਾਲ ਸਿੱਖਿਆ, ਠੋਕਰਾਂ ਖਾ ਕੇ ਬੰਦਾ ਸਿੱਖਦਾ ਜਿਹਨੂੰ ਕਹਿੰਦੇ ਆ। ਤਾਂ ਬਹੁਤ ਠੋਕਰਾਂ ਵੀ ਲੱਗੀਆਂ, ਬਹੁਤ ਓਪਰਚੁਨਿਟੀਜ਼ ਨਿਕਲੀਆਂ ਵੀ, ਕਈ ਗ੍ਰੈਬ ਨਹੀਂ ਕਰ ਸਕੇ, ਠੀਕ ਹੈ। ਇੱਦਾਂ ਦੀਆਂ ਚੀਜ਼ਾਂ ਹੁੰਦੀਆਂ, ਉਹ ਐਕਸਪੀਰੀਅੰਸ ਨਾਲ ਆਉਂਦੀਆਂ ਲਾਈਫ 'ਚ। ਤਾਂ ਮੇਰਾ ਜਿਹੜਾ ਕੰਟੈਂਟ ਹੈ ਉਹ ਥੋੜ੍ਹਾ ਮੈਂ ਉੱਧਰ ਵੀ ਰੱਖੂੰਗਾ ਕਿ ਕੁਛ ਜੋ ਮੈਂ ਚੀਜ਼ਾਂ ਸਿੱਖੀਆਂ ਉਹ ਮੈਂ ਅੱਗੇ ਸਿਖਾ ਸਕਾਂ, ਤਾਂ ਕਿ ਜਿਹੜੀ ਆਪਣੀ ਯੂਥ ਹੈ ਉਸ ਤੋਂ ਇੰਸਪਾਇਰ ਹੋਵੇ, ਮੋਟੀਵੇਟ ਹੋਵੇ, ਉਹਨੂੰ ਪਤਾ ਲੱਗੇ ਕਿ ਇਹ ਚੀਜ਼ਾਂ ਹੁੰਦੀਆਂ ਨੇ ਅਤੇ ਇੱਥੋਂ ਆਪਾਂ ਸਿੱਖ ਕੇ ਅੱਗੇ ਇੱਦਾਂ ਵੱਧ ਸਕਦੇ ਹਾਂ। ਸੋ ਮਿਸਟਰ ਪੰਜਾਬ ਦੀ ਸਟੇਜ 'ਤੇ ਤੁਹਾਨੂੰ ਅਸੀਂ ਪਰਫਾਰਮ ਕਰਦੇ ਦੇਖਿਆ ਜੀ, ਭੰਗੜੇ ਪਾਉਂਦੇ ਹੋਏ ਦੇਖਿਆ। ਸੋ ਜੇ ਤੁਸੀਂ ਭੰਗੜਾ ਕਰਨਾ ਜਾਣਦੇ ਹੋ ਤਾਂ ਓਬਵੀਅਸ ਹੈ ਕਿ ਤੁਹਾਨੂੰ ਬੋਲੀਆਂ ਵੀ ਆਉਂਦੀਆਂ ਹੋਣਗੀਆਂ ਭੰਗੜੇ ਵਾਲੀਆਂ। ਸੋ ਜੇ ਇੱਕ ਅੱਧੀ ਕੋਈ ਯਾਦ ਇੱਥੇ ਹੋ ਜੇ ਤੇ ਕਮਾਲ ਹੀ ਹੋ ਜਾਊਗਾ। ਬੋਲੀ ਇਸ ਟਾਈਮ ਐਕਚੁਅਲੀ ਮੈਨੂੰ ਬਹੁਤ ਟਾਈਮ ਹੋ ਗਿਆ ਹੁਣ ਉਸ ਚੀਜ਼ 'ਚੋਂ ਨਿਕਲੇ ਤੋਂ, ਕਿਉਂਕਿ ਯੂਨੀਵਰਸਿਟੀ ਟਾਈਮ ਸੀਗਾ ਅਤੇ 4 ਸਾਲ ਹੋ ਗਏ ਲਾਸਟ ਭੰਗੜਾ ਪਰਫਾਰਮ ਕੀਤੇ ਨੂੰ ਵੀ 4 ਸਾਲ ਹੋ ਗਏ। ਉਹ ਬੋਲੀ ਐਸ ਸੱਚ ਮੈਨੂੰ ਲੱਗਦਾ ਨਹੀਂ ਇਸ ਟਾਈਮ ਕੋਈ ਗਾਣਾ, ਕੋਈ ਡਾਇਲੋਗ ਜੋ ਤੁਸੀਂ ਗੁੰਗੁਣਾਉਂਦੇ ਹੋ ਜਾਂ ਤੁਹਾਨੂੰ ਡਾਇਲੋਗ ਤੁਹਾਡਾ ਫੇਵਰੇਟ ਹੋਵੇ? ਗਾਣੇ 'ਚ ਤੇ ਹੱਥ ਟਾਈਟ ਹੈ ਆਪਣਾ ਬਹੁਤ ਜ਼ਿਆਦਾ। ਅਤੇ ਕੋਈ ਡਾਇਲੋਗ ਤੁਹਾਨੂੰ ਦੱਸਿਆ ਕਿ ਮੈਂ ਇੱਕ ਸਪੀਕਰ ਬਣਨਾ ਚਾਹੁੰਦਾ, ਤਾਂ ਮੈਂ ਜੋ ਗੱਲਾਂ ਕਰ ਸਕਦਾ ਉਹ ਮੇਰੇ ਕੋਲ ਹੈਗੀਆਂ, ਉਹ ਮੈਂ ਹੋਰ ਸੁਣਾ ਸਕਦਾ ਤੁਹਾਨੂੰ, ਜਿਨ੍ਹਾਂ ਤੋਂ ਇੰਸਪਾਇਰ ਕਰ ਸਕਦਾ ਮੈਂ ਲੋਕਾਂ ਨੂੰ, ਠੀਕ ਹੈ। ਤਾਂ ਇਸ ਚੀਜ਼ ਦੇ ਵਿੱਚ ਮੈਂ ਸੌਰੀ ਮੰਗਦਾ ਤੁਹਾਡੇ ਤੋਂ। ਅਗਲੀ ਵਾਰੀ ਕਦੇ ਸਹੀ ਫਿਰ ਹੱਥੇ ਆਉਂਗੇ ਤਾਂ ਜ਼ਰੂਰ ਮੈਂ ਬੋਲੀ ਤਾਂ ਸੁਣ ਕੇ ਜਾਊਂਗੀ ਫਿਰ ਅਗਲੀ ਵਾਰੀ। ਕਰਕੇ ਰੱਖੂਗਾ ਨਾ ਫਿਰ ਆਪਣੇ ਆਪ ਨੂੰ, ਮਤਲਬ ਕਿ ਮੈਂ ਗਲਤੀ ਕਰਦੀ, ਹਾਂ ਮੈਂ ਗਲਤੀ ਕਰਦੀ, ਮੈਨੂੰ ਦੱਸਣਾ ਚਾਹੀਦਾ ਸੀ ਕਿ ਵੀ ਕੁਛ ਇਦਾਂ ਦੀ ਨਾ ਐਂਟਰਟੇਨਿੰਗ ਪਰਫਾਰਮੈਂਸ ਹੋਣੀ ਚਾਹੀਦੀ ਆ। ਸਪੈਸ਼ਲ ਬੋਲੀ ਰੱਖਾਂਗੇ ਨਾ ਫਿਰ। ਹਾਏ ਥੈਂਕ ਯੂ ਮੇਰੇ ਲਈ ਸਪੈਸ਼ਲ। ਅਗਲੀ ਮੁਲਾਕਾਤ ਦੇ ਵਿੱਚ
ਹੋਊਗੀ। ਸੋ ਅਰਸ਼, ਜਿੱਦਾਂ ਆਪਾਂ ਗੱਲ ਕਰੀਏ ਆਪਣੇ ਪੰਜਾਬ ਦੇ ਵਿੱਚ ਹੁਣ ਯੂਥ ਦੇ ਵਿੱਚ ਆ ਫਿਟਨੈਸ ਦਾ ਬਹੁਤ ਜ਼ਿਆਦਾ ਟ੍ਰੈਂਡ ਆ। ਕਈ ਨਾ ਮਤਲਬ ਕਿ ਕਈ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਗਾਈਡੈਂਸ ਨਹੀਂ ਮਿਲਦੀ, ਕਿਸੇ ਦੀਆਂ ਗੱਲਾਂ ਸੁਣਾ ਕੇ ਉਹ ਕਿਸੇ ਵੀ ਤਰ੍ਹਾਂ ਦੇ ਸਟੀਰੋਇਡ ਪ੍ਰੋਡਕਟ ਲੈ ਲੈਂਦੇ ਆ, ਆਪਣੀ ਫਿਜ਼ਿਕ ਖਰਾਬ ਕਰ ਲੈਂਦੇ ਆ, ਬੋਡੀ ਖਰਾਬ ਕਰ ਲੈਂਦੇ ਆ। ਈਵਨ ਕਿ ਕਈ ਇੰਨੇ ਹਾਰਮਫੁਲ ਹੁੰਦੇ ਆ ਕਿ ਕਈਆਂ ਦੀ ਡੈਥ ਵੀ ਹੋ ਜਾਂਦੀ ਆ, ਹੈ ਨਾ। ਸੋ ਇਸ ਚੀਜ਼ ਤੇ ਤੁਸੀਂ ਕੀ ਕਹੋਗੇ ਜੇ ਤੁਸੀਂ ਬੋਡੀ ਬਣਾਉਣੀ ਹੈ ਇੱਕ ਆਰਗੈਨਿਕ ਤਰੀਕੇ ਦੇ ਨਾਲ, ਹਾਰਡ ਵਰਕ ਦੇ ਨਾਲ? ਸੋ ਅਗਰ ਆਪਾਂ ਕਹੀਏ ਕਿ until unless you want to compete on a stage for body building, ਜਿੱਥੇ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੀ ਬੋਡੀ ਨੂੰ ਅਗਰ ਗਰੋ ਕਰ ਰਹੇ ਹੋ ਸਟੀਰੋਇਡਸ ਦੇ ਨਾਲ, ਐਨਾਬੋਲਿਕਸ ਲੈ ਕੇ, ਐਂਡ ਤੁਹਾਨੂੰ ਉੱਥੇ ਵੱਡੀ ਅਮਾਊਂਟ ਮਿਲਣ ਵਾਲੀ ਹੈ ਜਾਂ ਵੱਡਾ ਇੱਕ ਬਹੁਤ ਉੱਚਾ ਅਹੁਦਾ ਮਿਲਣ ਵਾਲਾ ਹੈ, ਫॉर श्योर ਕਿ ਤੁਹਾਨੂੰ ਉਹ ਕਰਨਾ ਪਏਗਾ, ਕਿਉਂਕਿ ਅੱਜ ਕੱਲ੍ਹ ਜੋ ਕੰਪੀਟੀਸ਼ਨ ਹੈ ਜਾਂ ਜੋ ਵੀ ਮਾਰਕੀਟ 'ਚ ਚੱਲ ਰਿਹਾ ਜਾਂ ਜੋ ਵੀ ਕੰਪੀਟੀਸ਼ਨ 'ਚ ਚੱਲਦਾ, ਉੱਥੇ ਉਹ ਚੀਜ਼ਾਂ ਲੈਣੀਆਂ ਪੈਂਦੀਆਂ। ਬਟ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬੋਡੀ ਫਿੱਟ ਰਵੇ, ਠੀਕ ਹੈ, ਤੁਸੀਂ ਵਧੀਆ ਦਿਖੋ, ਲਾਈਫ ਲੌਂਗ ਚੱਲੇ ਤੁਹਾਡੀ ਬੋਡੀ, ਤਾਂ ਇਹਨਾਂ ਚੀਜ਼ਾਂ ਤੋਂ ਦੂਰ ਹੀ ਰਹਿਣਾ ਚਾਹੀਦਾ, ਕਿਉਂਕਿ ਨੈਚੁਰਲੀ ਵੀ ਡੈਫੀਨੇਟਲੀ ਤੁਸੀਂ ਉਹ ਚੀਜ਼ਾਂ ਅਚੀਵ ਕਰ ਸਕਦੇ ਹੋ। ਉਹਦੇ 'ਚ ਇਹ ਜ਼ਰੂਰ ਹੈ ਕਿ ਤੁਹਾਨੂੰ ਟਾਈਮ ਲੱਗੇਗਾ। ਇਹ ਨਹੀਂ ਮੈਂ ਕਹਿੰਦਾ ਕਿ ਜੇ ਉਹ ਚੀਜ਼ਾਂ ਲੈ ਕੇ ਤੁਸੀਂ 1 ਸਾਲ 'ਚ ਅਚੀਵ ਕਰ ਸਕਦੇ ਹੋ। ਨੈਚੁਰਲੀ ਤੁਹਾਨੂੰ ਡੈਫੀਨੇਟਲੀ 3 ਤੋਂ 4 ਸਾਲ 5 ਸਾਲ ਵੀ ਲੱਗ ਸਕਦੇ ਆ, ਠੀਕ ਹੈ, ਬਟ ਇਹ ਨਹੀਂ ਹੈਗਾ ਕਿ ਤੁਸੀਂ ਅਚੀਵ ਨਹੀਂ ਕਰ ਸਕਦੇ, ਤੁਸੀਂ ਉੱਥੋਂ ਤੱਕ ਪਹੁੰਚ ਸਕਦੇ ਹੋ ਡੈਫੀਨੇਟਲੀ। ਜਿਵੇਂ ਮੇਰੀ ਵੀ ਬੋਡੀ, ਮੈਂ ਨੈਚੁਰਲੀ ਆ, ਪਿਛਲੇ 6-7 ਸਾਲ ਤੋਂ ਮੈਂ ਜਿਮਿੰਗ ਕਰ ਰਿਹਾ ਹਾਂ, ਠੀਕ ਹੈ। ਇੱਕ ਲੈਵਲ ਆਉਂਦਾ ਤੁਹਾਡੀ ਲਾਈਫ ਦਾ, ਇੱਕ ਏਜ ਆਉਂਦੀ ਹੈ ਜਿੱਥੇ ਤੱਕ ਜਾ ਕੇ ਤੁਹਾਡੀ ਜਿਹੜੀ ਬੋਡੀ ਹੈ ਉਹ ਇੱਕ ਤੁਹਾਨੂੰ ਵਧੀਆ ਰਿਜ਼ਲਟ ਦੇਣਾ ਸ਼ੁਰੂ ਕਰਦੀ ਹੈ, ਠੀਕ ਹੈ। ਤਾਂ ਉਹ ਜਦੋਂ ਮਿਲਣਾ ਬੰਦੇ ਨੂੰ ਸ਼ੁਰੂ ਹੁੰਦਾ ਹੈ, ਬਾਕੀ ਤੁਹਾਡਾ ਨਿਊਟ੍ਰੀਸ਼ਨ ਕਿੱਦਾਂ ਦਾ ਹੈ, ਠੀਕ ਹੈ, ਅਗਰ ਤੁਸੀਂ 100% ਫੋਕਸ ਉੱਥੇ ਦਿਓ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਮਤਲਬ ਕਿ ਤੁਹਾਡੀ ਡਾਈਟ ਵੀ ਡਿਪੈਂਡ ਕਰਦੀ ਹੈ ਨਾ, ਕੱਲੀ ਜਿਮ ਵੀ ਕੁਝ ਨਹੀਂ ਕਰਦੀ ਜੇ ਤੁਸੀਂ ਵਧੀਆ ਖਾਂਦੇ ਪੀਂਦੇ ਨੇ। ਬਿਲਕੁਲ, ਜਿੱਦਾਂ ਮੈਂ ਪਹਿਲਾਂ ਵੀ ਕਿਹਾ 70 to 80% ਤੁਹਾਡੀ ਡਾਈਟ ਮੈਟਰ ਕਰਦੀ ਹੈ, ਕਿ ਤੁਹਾਨੂੰ ਡਾਈਟ ਦੇ ਵਿੱਚ ਇੱਕ ਵਧੀਆ ਗਾਈਡੈਂਸ ਮਿਲਣੀ ਚਾਹੀਦੀ ਹੈ। ਮੈਂ ਜਿੱਦਾਂ ਹੁਣ ਮੈਂ ਵੀ ਨਾਲ, ਮੇਰੇ ਤੋਂ ਲੋਕ ਅਗਰ ਪੁੱਛਦੇ ਆ ਤਾਂ ਮੈਨੂੰ ਵੀ ਇਹ ਹੈ ਕਿ ਮੇਰਾ ਕੌਨਫੀਡੈਂਸ ਹੋਣਾ ਚਾਹੀਦਾ, ਵਧੀਆ ਦੱਸ ਸਕਾਂ ਮੈਂ, ਐਂਡ ਉਹਦੇ ਲਈ ਮੈਂ ਨਿਊਟ੍ਰੀਸ਼ਨਿਸਟ ਦਾ ਕੋਰਸ ਵੀ ਕਰ ਰਿਹਾ ਨਾਲ। ਇੰਟਰਨੈਸ਼ਨਲ ਸਪੋਰਟਸ ਸਾਇੰਸਿਸ ਐਸੋਸੀਏਸ਼ਨ ਅਮਰੀਕਾ ਤੋਂ ਮੈਂ ਲੈਵਲ 1 ਦੀ ਸਰਟੀਫਿਕੇਸ਼ਨ ਕਰ ਰਿਹਾ ਨਿਊਟ੍ਰੀਸ਼ਨਿਸਟ ਦੀ ਨਾਲ, ਯਾ। ਸੋ ਸਭ ਕੁਝ ਚੱਲ ਰਿਹਾ ਹੈ ਉਹਦੇ ਵਿੱਚ, ਤਾਂ ਕਿ ਇਹਦੇ ਅਗਰ ਮੇਰੇ ਕੋਲ ਕੋਈ ਸਰਟੀਫਿਕੇਸ਼ਨ ਹੋਏਗੀ ਤਾਂ ਮੈਨੂੰ ਨੌਲੇਜ ਡੀਪ ਹੋਏਗੀ, ਮੈਂ ਕਿਸੇ ਵੀ ਤਰ੍ਹਾਂ ਦੇ ਬੰਦੇ ਨੂੰ ਮੈਂ ਗਾਈਡ ਕਰ ਸਕੂੰਗਾ। ਸੋ ਉਹਦੇ ਲਈ ਸਟੱਡੀ ਵੀ ਨਾਲ ਚੱਲ ਰਹੀ ਹੈ। ਤੁਸੀਂ ਤਾਂ ਚਲੋ ਇੱਕ ਪ੍ਰੋਪਰ ਸਰਟੀਫਾਈਡ ਸਟੱਡੀ ਕਰ ਰਹੇ ਹੋ, ਵੈਸੇ ਮੈਂ ਨਾਰਮਲ ਆਮ ਜਨਤਾ ਲਈ ਵੀ ਕਹਿਣਾ ਚਾਹੂੰਗੀ ਵੀ ਜਿਹੜੇ ਜਿਮਿੰਗ ਕਰਦੇ ਆ ਜਾਂ ਸਟੀਰੋਇਡ ਲੈਂਦੇ ਆ ਜਾਂ ਕੋਈ ਵੀ ਪ੍ਰੋਡਕਟਸ ਲੈਂਦੇ ਆ ਨਾ, ਪਲੀਜ਼ ਉਹਨਾਂ ਨੂੰ ਲੈ ਕੇ ਨਾ ਇੱਕ ਨੌਲੇਜ ਰੱਖਿਆ ਕਰੋ। ਮਤਲਬ ਕੋਈ ਵੀ ਚੀਜ਼ ਤੁਸੀਂ ਇਨਟੇਕ ਕਰਦੇ ਹੋ ਤੇ ਉਹਦੀ ਪ੍ਰੋਪਰ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਕਿ ਉਹਦੇ ਕੀ ਪ੍ਰੋਜ਼ ਐਂਡ ਕੌਨਸ ਹੁੰਦੇ ਆ, ਤਾਂ ਕਿ ਕੱਲ੍ਹ ਨੂੰ ਕਿਸੇ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਸਾਈਡ ਇਫੈਕਟ ਨਾ ਹੋਵੇ। ਸੋ ਇੰਨੀ ਵਧੀਆ ਫਿਜ਼ੀਕ ਆ, ਫਿਰ ਕੁੜੀਆਂ ਤੇ ਬਹੁਤ ਇੰਪ੍ਰੈਸ ਹੁੰਦੀਆਂ ਹੋਣੀਆਂ। ਕੁੜੀਆਂ ਸਮਾਈਲ ਦੇਖ ਰਹੇ ਹੋ ਹੀ ਜਾਂਦੀਆਂ ਇੰਪ੍ਰੈਸ, ਕਹਿ ਸਕਦੇ, ਬਟ ਉਹੀ ਮੈਂ ਤੁਹਾਨੂੰ ਜਿੱਦਾਂ ਕਿਹਾ ਸੀਗਾ ਕਿ ਅਜੇ ਉਹ ਚੀਜ਼ਾਂ ਸਾਈਡ 'ਤੇ ਹੀ ਨੇ ਉਹਨਾਂ ਲਈ, ਕਿਉਂਕਿ ਲਾਈਫ ਨੂੰ ਅੱਗੇ ਲੈ ਕੇ ਜਾਣਾ ਤਾਂ ਕੁਛ ਚੀਜ਼ਾਂ ਸਾਈਡ 'ਤੇ ਰੱਖਣੀਆਂ ਪੈਂਦੀਆਂ। ਸੋ ਜੀ ਡਿਸਟਰੈਕਸ਼ਨਸ ਹੁੰਦੀਆਂ ਨੇ, ਚੱਲਦੀਆਂ ਰਹਿੰਦੀਆਂ ਨਾਲ ਨਾਲ, ਡਿਸਟਰੈਕਸ਼ਨ ਸਾਈਡ 'ਤੇ ਹੀ ਰੱਖਣੀਆਂ ਚਾਹੀਦੀਆਂ। ਤੁਸੀਂ ਉਮੀਦ ਕਰਦੇ ਹੋ ਤੁਸੀਂ ਇੱਦਾਂ ਹੀ ਤਰੱਕੀ ਕਰੋ, ਤੁਹਾਡੀ ਸਮਾਈਲ ਬਣੀ ਰਵੇ ਤੇ ਇੱਦਾਂ ਹੀ ਖੂਬ ਨਾਮ ਚਮਕਾਓ, ਸਾਨੂੰ ਗਾਣਿਆਂ ਦੇ ਵਿੱਚ, ਐਕਟਿੰਗ ਦੇ ਵਿੱਚ ਨਜ਼ਰ ਆਓ, ਹੈ ਨਾ ਜੀ। ਤੇ ਤੁਸੀਂ ਵੀ ਗੱਲਾਂ ਕਰਨ ਦੇ ਬਹੁਤ ਸ਼ੌਕੀਨ ਹੋ, ਮੋਟੀਵੇਸ਼ਨ ਸਪੀਕਰ ਬਣਨਾ ਚਾਹੁੰਦੇ ਹੋ, ਹੈ ਨਾ। ਤੇ ਮੇਰਾ ਤਾਂ ਇੱਦਾਂ ਹੈ ਕਿ ਮੈਂ ਤਾਂ ਰੁਕਦੀ ਨਹੀਂ, ਮੇਰਾ ਤਾਂ ਕੰਮ ਹੀ ਗੱਲਾਂ ਕਰਨਾ, ਹੈ ਨਾ। ਸੋ ਬਹੁਤ ਵਧੀਆ ਲੱਗਿਆ ਜੀ ਅਰਸ਼ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ, ਐਂਡ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਨਾਲ ਗੱਲਬਾਤ ਕਰਨ ਲਈ, ਮੈਨੂੰ ਮੌਕਾ ਦੇਣ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਇਸੇ ਤਰ੍ਹਾਂ ਮੈਂ ਅਗਲੀ ਵਾਰ ਫਿਰ ਨਵੇਂ ਆਰਟਿਸਟ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੀ ਰਹੂੰਗੀ। ਤਦ ਤੱਕ ਦੇ ਲਈ ਤੁਸੀਂ ਦੇਖਦੇ ਰਹੋ T3 ਟੇਪ ਦਾ ਟਾਕ। ਸਤਿ ਸ਼੍ਰੀ ਅਕਾਲ।